ਜੇ ਧੀਆਂ ਫੁੱਲਾਂ ਵਾਂਗ ਨਾਜ਼ੁਕ ਹੁੰਦੀਆਂ ਨੇ ਤਾਂ ਪੱਥਰ ਵਾਂਗ ਕਠੋਰ ਹੋਣਾ ਵੀ ਉਹਨਾਂ ਨੂੰ ਆਉਂਦਾ ਹੈ। ਨਵਜੋਤ ਕੌਰ ਦੀ ਉਮਰ 12 ਸਾਲ ਹੈ, ਪਰ ਨਵਜੋਤ ਕੌਰ ਅਤੇ ਉਸ ਦੀ ਮਾਂ ਦੀ ਕਹਾਣੀ ਨੇ ਤੁਹਾਨੂੰ ਬਹੁਤ ਕੁਝ ਸਿਖਾ ਦੇਣਾ ਹੈ। ਪਹਿਲਾਂ ਕਦੇ ਪਾਪਾ ਨੇ ਘਰੋਂ ਬਾਹਰ ਨਹੀਂ ਕੱਢਿਆ ਸੀਗਾ, ਸਕੂਲ ਤੋਂ ਘਰ, ਘਰ ਤੋਂ ਸਕੂਲ। ਹਾਲਾਤਾਂ ਨੇ ਮਜਬੂਰ ਕਰ ਦਿੱਤਾ ਬਾਹਰ ਸਾਨੂੰ ਮਕੈਨਿਕ ਬਣਨ ਨੂੰ। ਇਹਦੀ ਬੇਟੀ ਨਹੀਂ, ਇਹਦਾ ਬੇਟਾ ਹੀ ਆ। ਜੋ ਅਗਨੀ ਦੀ ਵੀ ਕਹਿੰਦੇ ਹੁੰਦੇ ਆ ਰਸਮ ਪੂਰੀ ਕਰਦੇ, ਮੇਰੀ ਬੇਟੀ ਨੇ ਹੀ ਸਾਰੀਆਂ ਰਸਮਾਂ ਆਪਣੇ ਪਾਪਾ ਦੀਆਂ ਮੇਰੀ ਬੇਟੀ ਨੇ ਹੀ ਪੂਰੀਆਂ ਕੀਤੀਆਂ। ਮੈਂ ਆਪਣੇ ਪਾਪਾ ਦਾ ਸੰਸਕਾਰ ਆਪ ਕੀਤਾ ਤੇ ਮੈਂ ਉਹ ਤੋਂ ਕਮਜ਼ੋਰ ਨਹੀਂ ਹੋਈ। ਆਪਣੀ ਮੰਮਾ ਨੂੰ ਬਲਕਿ ਹੌਸਲਾ ਦਿੱਤਾ ਕਿ ਹਾਂ ਘਬਰਾਉਣਾ ਨਹੀਂ, ਕਿਸੇ ਸਾਹਮਣੇ ਰੋਣਾ ਨਹੀਂ ਹੈਗਾ ਤੇ ਆਪਣਾ ਹੌਸਲਾ ਬੁਲੰਦ ਰੱਖਣਾ। ਜੇ ਆਪਾਂ ਕਿਸੇ ਸਾਹਮਣੇ ਰੋਵਾਂਗੇ ਅਗਲੇ ਨੇ ਮਜ਼ਾਕ ਹੀ ਬਣਾਉਣਾ। ਮੇਰੇ ਪਾਪਾ ਜਦੋਂ ਐਕਸਪਾਇਰ ਹੋਏ ਮੈਂ 9 ਸਾਲ ਦੀ ਸੀਗੀ ਤੇ ਉਸ ਤੋਂ ਬਾਅਦ ਮੈਂ ਕੰਮ ਕਰਨਾ ਸ਼ੁਰੂ ਕੀਤਾ ਤੇ ਇਹ ਕੰਮ ਜਿੱਦਾਂ ਮੁੰਡੇ ਵਾਲੇ ਹੁੰਦੇ ਆ ਤੇ ਮੈਂ ਵੀ ਸ਼ੁਰੂ ਕੀਤਾ ਕੰਮ ਕੁੜੀਆਂ ਕਰ ਸਕਦੀਆਂ ਤੇ ਆਪਾਂ ਸਰਵਿਸ ਕਰ ਲੈਂਦੇ ਆ ਤੇ ਰੋਜ਼ ਸਰਵਿਸ ਕੀਤੀ ਤੇ ਹੋਰ ਰਿਪੇਅਰ ਕੀਤੀਆਂ ਤੇ ਇਹ ਹੌਲੀ ਹੌਲੀ ਮੈਂ ਮੰਮਾ ਤੋਂ ਸਿੱਖਿਆ ਵਾ। ਉਹ ਇੱਕ 12 ਸਾਲ ਦੀ ਬੱਚੀ ਤੇ ਭਰੋਸਾ ਕਰਕੇ ਉਸ ਨੂੰ ਆਪਣੀ ਬਾਈਕ ਦੇ ਜਾਂਦੇ ਨੇ ਕਿ ਇਹ ਸਰਵਿਸ ਠੀਕ ਕਰ ਦੇਗੀ। ਹਾਂਜੀ, ਕਈ ਕਰ ਲੈਂਦੇ ਨੇ ਤੇ ਕਹਿੰਦੇ ਆ ਪਹਿਲੇ ਪੁੱਛ ਲੈਂਦੇ ਨੇ ਮਕੈਨਿਕ ਕਿੱਥੇ ਆ। ਇੱਦਾਂ ਤੁਸੀਂ ਕਹਿੰਦੇ ਹੋ ਕਿ ਮੈਂ ਮਕੈਨਿਕ ਆ, ਫਿਰ ਕਿਵੇਂ ਰਿਐਕਟ ਕਰਦੇ ਨੇ? ਬੱਚੀ ਮਕੈਨਿਕ ਕਿੱਦਾਂ ਹੋ ਸਕਦੀ ਹੈ? ਅੱਛਾ, ਇੰਨੀ ਛੋਟੀ ਬੱਚੀ ਮਕੈਨਿਕ ਕਿੱਦਾਂ ਹੋ ਸਕਦੀ ਹੈ, ਇੱਦਾਂ ਕਹਿੰਦੇ ਨੇ। ਹਾਂਜੀ ਫਿਰ ਕੰਮ ਕਰਕੇ ਦਿਖਾ ਕੇ ਉਹਨੂੰ ਜਵਾਬ ਦਿੰਦੇ ਹੋ? ਹਾਂਜੀ। ਪਹਿਲਾਂ ਬਾਈਕ ਠੀਕ ਕਰਦੇ ਹੋ, ਰਿਪੇਅਰ ਕਰਦੇ ਹੋ, ਤੇ ਉਸ ਤੋਂ ਬਾਅਦ ਬਾਈਕ ਠੀਕ ਕਰਕੇ ਚੈੱਕ ਕਰਦੇ ਹੋ ਚਲਾ ਕੇ ਕਿ ਠੀਕ ਹੋਇਆ ਕਿ ਨਹੀਂ ਹੋਇਆ? ਹਾਂਜੀ, ਬਾਈਕ ਜਿੱਦਾਂ ਰਿਪੇਅਰ ਕਰਕੇ ਬਾਅਦ ਚੋਂ ਠੀਕ ਕਰਕੇ ਫਿਰ ਅਗਲੇ ਗਾਹਕ ਨੂੰ ਐਂਡ ਚੰਗੀ ਤਰ੍ਹਾਂ ਰਿਪੇਅਰ ਕਰਕੇ ਚਲਾ ਕੇ ਫਿਰ ਦੇ ਦਿੰਦੀ ਹੈ। ਆਪ ਚਲਾਉਂਦੇ ਹੋ? ਹਾਂਜੀ। ਤੇ 12 ਸਾਲ ਤੁਹਾਡੀ ਉਮਰ ਹੈ, ਚਲਾ ਵੀ ਲੈਂਦੇ ਹੋ, ਠੀਕ ਵੀ ਕਰ ਲੈਂਦੇ ਹੋ? ਹਾਂਜੀ। ਕਿਸੇ ਟਾਈਮ 10 ਕਮਾਏ ਆ ਉਹਦੇ 'ਚ ਵੀ ਸਬਰ ਕੀਤਾ ਤੇ ਕਿਸੇ ਟਾਈਮ ਕੰਮ ਨਹੀਂ ਆਉਂਦਾ ਸੀਗਾ ਉੱਦੇ ਬੈਠ ਕੇ ਚਲੀ ਜਾਂਦੇ। ਕਿਸੇ ਟਾਈਮ 100 ਦਾ ਵੀ ਆਉਂਦਾ ਸੀ, ਉਹ 'ਚ ਵੀ ਗੁਜ਼ਾਰਾ ਕੀਤਾ। ਪਰਮਾਤਮਾ ਦਾ ਭਾਣਾ ਬਣ ਕੇ ਬਸ ਸਬਰ ਕੀਤਾ। ਫੀਸ ਤੇ ਐਡਮਿਸ਼ਨ ਦੇ ਕਾਰਨ ਮੇਰੀ ਪੜ੍ਹਾਈ ਛੁੱਟ ਗਈ ਸੀ। 1 ਸਾਲ ਮੈਂ ਦੁਕਾਨ ਤੇ ਕੰਮ ਕੀਤਾ। ਪੜ੍ਹਾਈ ਕਰਕੇ ਡਿਗਰੀ ਕਰਕੇ ਪੁਲਿਸ ਅਫਸਰ ਬਣਨਾ ਚਾਹੁੰਦੀ ਹਾਂ ਤੇ ਅੱਗੇ ਆਪਣੇ ਪਾਪਾ ਦਾ ਨਾਮ ਰੋਸ਼ਨ ਕਰਨਾ ਚਾਹੁੰਦੀ। ਮੇਰੇ ਹਸਬੈਂਡ ਨੇ ਮੈਨੂੰ ਇਹ ਕਿਹਾ ਸੀ ਜਦੋਂ ਤੱਕ ਮੇਰਾ ਬਾਪ ਜਿੰਦਾ, ਜਦੋਂ ਤੱਕ ਮੇਰਾ ਬ੍ਰਦਰ ਜਿੰਦਾ, ਇਹਨਾਂ ਨੂੰ ਛੱਡ ਕੇ ਕਦੀ ਵੀ ਕਿਤੇ ਨਾ ਜਾਏ। ਜਿਸ ਦਿਨ ਇਹ ਅੱਖਾਂ ਮਿਟ ਜਾਓਗੇ ਉਸ ਟਾਈਮ ਬਾਅਦ ਵਿੱਚ ਆਪਣੇ ਭਰਾਵਾਂ ਦੇ ਬੇਸ਼ੱਕ ਘਰ ਚਲ ਜਾਏ। ਜਦੋਂ ਦੀ ਮੇਰੀ ਮੈਰਿਜ ਹੋਈ ਆ ਉਸ ਤੋਂ ਪਹਿਲਾਂ 6 ਮਹੀਨੇ ਪਹਿਲਾਂ ਮੇਰੀ ਸੱਸ ਦੀ ਡੈਥ ਹੋ ਗਈ ਸੀਗੀ। ਬ੍ਰਦਰ ਨੂੰ ਪਹਿਲਾਂ ਮੇਰੀ ਸੱਸ ਖਾਣਾ ਖਿਲਾਉਂਦੀ ਸੀ, ਉਹ ਬਚਪਨ ਤੋਂ ਹੀ ਐਸੇ ਹੀ ਆ, ਹੈਂਡੀਕੈਪਟ ਆ। ਉਸ ਤੋਂ ਬਾਅਦ ਮੈਂ ਆਪਣਾ ਉਹਨੂੰ ਜੇਠ ਨਹੀਂ ਸਮਝਿਆ, ਛੋਟਾ ਬ੍ਰਦਰ ਹੀ ਸਮਝਿਆ ਕਿਉਂਕਿ ਖਾਣਾ ਵੀ ਖਿਲਾਉਣਾ, ਰੋਟੀ ਵੀ ਖਿਲਾਉਣੀ, ਉਹਨੂੰ ਨਲਾਉਣਾ ਵੀ, ਧਲਾਉਣਾ ਵੀ, ਬਸਤਰ ਵੀ ਆਪੇ ਪਾਣੇ, ਮਤਲਬ ਕਿ ਆਪਣੇ ਮੈਂ ਛੋਟੇ ਬ੍ਰਦਰਾਂ ਦੀ ਤਰ੍ਹਾਂ ਹੀ ਉਹਨੂੰ ਹੈਂਡਲ ਕੀਤਾ, ਕਦੀ ਜੇਠ ਨਹੀਂ ਸਮਝਿਆ। ਡੇਲੀ ਪੋਸਟ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ। ਸਿਆਣੇ ਅਕਸਰ ਕਹਿੰਦੇ ਨੇ ਕਿ ਘਰ 'ਚ ਭਾਵੇਂ ਲੱਖਾਂ ਗੁਲਾਬ ਲਾ ਲਓ ਪਰ ਘਰ ਦੇ ਵਿਹੜੇ ਦੀਆਂ ਮਹਿਕਾਂ ਧੀਆਂ ਹੁੰਦੀਆਂ ਨੇ। ਛੋਟੀ ਉਮਰੇ ਧੀਆਂ ਨੂੰ ਲੈ ਕੇ ਮਾਂ-ਬਾਪ ਦੇ ਮਨਾਂ 'ਚ ਬਹੁਤ ਸਾਰੇ ਚਾਅ ਹੁੰਦੇ ਨੇ, ਪਰ 12 ਸਾਲ ਦੀ ਨਵਜੋਤ ਕੌਰ ਦੇ ਹੱਥ ਦੇ ਵਿੱਚ ਕਾਗਜ਼, ਕਲਮ, ਕਿਤਾਬ ਹੋਣ ਦੀ ਥਾਂ ਤੇ ਇਹ ਪੇਚਕਸ, ਇਹ ਪਲਾਸ ਕੀ ਕਰ ਰਿਹਾ? ਆਓ ਕਹਾਣੀ ਇੱਕ ਸਾਂਝੀ ਕਰਦੇ ਹਾਂ। ਇੱਕ ਕਹਾਣੀ ਜੋ ਤੁਹਾਡੀ ਰੂਹ ਨੂੰ ਝੰਜੋੜ ਦੇਵੇਗੀ, ਇੱਕ ਕਹਾਣੀ ਜੋ ਤੁਹਾਨੂੰ ਹੌਸਲਾ ਵੀ ਦੇਵੇਗੀ, ਇੱਕ ਕਹਾਣੀ ਜੋ ਤੁਹਾਡੀਆਂ ਅੱਖਾਂ 'ਚ ਹੰਝੂ ਵੀ ਲੈ ਕੇ ਆਵੇਗੀ, ਪਰ ਇੱਕ ਕਹਾਣੀ ਤੁਹਾਨੂੰ ਬਹੁਤ ਕੁਝ ਸਿਖਾ ਕੇ ਜਾਵੇਗੀ। ਮੇਰਾ ਨਾਮ ਨਵਜੋਤ ਕੌਰ, ਮੈਂ 12 ਸਾਲ ਦੀ ਹਾਂ ਤੇ ਪਾਪਾ ਦੀ ਡੈਥ ਤੋਂ ਬਾਅਦ ਤੇ ਮੈਂ ਮਕੈਨਿਕ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਮਕੈਨਿਕ ਜਿੱਦਾਂ ਰੱਖੇ ਸੀਗੇ ਫਿਰ ਅਸੀਂ ਮਕੈਨਿਕ ਵੱਲ ਦੇਖ ਕੇ ਵੀ ਕੰਮ ਸਿੱਖਿਆ
ਮੰਮਾ ਮੰਮਾ ਜਦੋਂ ਆਉਂਦੇ ਹੁੰਦੇ ਦੁਕਾਨ ਤੇ ਮੈਂ ਵੀ ਨਾਲ ਆਉਂਦਾ ਹੁੰਦਾ ਸੀਗਾ। ਅਸੀਂ ਸਾਜਰੇ ਉੱਠ ਕੇ 6 ਵਜੇ ਉੱਠ ਕੇ ਘਰ ਰੋਟੀ ਪਾਣੀ ਪਕਾ ਕੇ ਦੁਕਾਨ 'ਤੇ ਫਿਰ ਆਉਣਾ। 6 ਵਜੇ ਦੁਕਾਨ ਵਧਾ ਕੇ ਫਿਰ ਘਰੇ ਜਾ ਕੇ ਅਸੀਂ ਰੋਟੀ ਪਕਾਉਣੀ ਪਾਉਂਦੇ ਹੁੰਦੇ ਸੀਗੇ। ਮੈਂ ਮਕੈਨਿਕ ਹਾਂ ਅਤੇ ਮੈਂ ਮੋਟਰਸਾਈਕਲਾਂ ਦੀ ਸਰਵਿਸ ਰਿਪੇਅਰ ਸਾਰਾ ਕੁਛ ਕਰ ਲੈਂਦੀ ਹਾਂ। ਇਹ ਸਾਰਾ ਸਿਹਰਾ ਮੇਰੀ ਮੰਮਾ ਨੂੰ ਜਾਂਦਾ ਵਾ। ਮੈਂ ਖੁਸ਼ ਹਾਂ ਆਪਣੇ ਕੰਮ। ਮੇਰੀ ਪੜ੍ਹਾਈ ਫੀਸ ਅਤੇ ਐਡਮਿਸ਼ਨ ਕਾਰਨ ਛੁੱਟ ਗਈ ਸੀ। ਹਾਂਜੀ, ਕਈ ਵੇਲੇ ਆਉਂਦਾ ਕੰਮ, ਕਈ ਵੇਲੇ ਨਹੀਂ ਆਉਂਦਾ। ਮੇਰੇ ਪਾਪਾ ਜਦੋਂ ਐਕਸਪਾਇਰ ਹੋਏ ਮੈਂ 9 ਸਾਲ ਦੀ ਸੀਗੀ ਅਤੇ ਉਸ ਤੋਂ ਬਾਅਦ ਮੈਂ ਕੰਮ ਕਰਨਾ ਸ਼ੁਰੂ ਕੀਤਾ। ਅਤੇ ਇਹ ਕੰਮ ਜਿੱਦਾਂ ਮੁੰਡਿਆਂ ਵਾਲੇ ਹੁੰਦੇ ਆ ਅਤੇ ਮੈਂ ਵੀ ਸ਼ੁਰੂ ਕੀਤਾ ਕੰਮ ਕੁੜੀਆਂ ਕਰ ਸਕਦੀਆਂ। ਅਤੇ ਆਪਾਂ ਸਰਵਿਸ ਕਰ ਲੈਂਦੇ ਹਾਂ ਅਤੇ ਰੋਜ਼ ਸਰਵਿਸ ਕੀਤੀ ਅਤੇ ਹੋਰ ਰਿਪੇਅਰ ਕੀਤੀਆਂ। ਅਤੇ ਇਹ ਹੌਲੀ ਹੌਲੀ ਮੈਂ ਮੰਮਾ ਤੋਂ ਸਿੱਖਿਆ ਵਾ। ਪਹਿਲਾਂ ਕਦੇ ਪਾਪਾ ਨੇ ਘਰੋਂ ਬਾਹਰ ਨਹੀਂ ਕੱਢਿਆ ਸੀਗਾ। ਸਕੂਲ ਤੋਂ ਘਰ, ਘਰ ਤੋਂ ਸਕੂਲ। ਹਾਲਾਤਾਂ ਨੇ ਮਜਬੂਰ ਕਰ ਦਿੱਤਾ ਬਾਹਰ ਸਾਨੂੰ ਮਕੈਨਿਕ ਬਣਨ ਨੂੰ। ਮੈਂ ਵੈਸੇ ਪੜ੍ਹਾਈ ਕਰਕੇ ਡਿਗਰੀ ਕਰਕੇ ਪੁਲਿਸ ਅਫਸਰ ਬਣਨਾ ਚਾਹੁੰਦੀ ਹਾਂ ਅਤੇ ਅੱਗੇ ਆਪਣੇ ਪਾਪਾ ਦਾ ਨਾਮ ਰੋਸ਼ਨ ਕਰਨਾ ਚਾਹੁੰਦੀ ਹਾਂ। ਪਾਪਾ ਵੀ ਮੈਨੂੰ ਪੁਲਿਸ ਅਫਸਰ ਬਣਾਉਣਾ ਚਾਹੁੰਦੇ ਸੀ। ਅੱਜ ਮੈਂ ਜੇ ਪੜ੍ਹ ਸਕਾਂ ਤਾਂ ਮੈਂ ਆਪਣੇ ਪਾਪਾ ਦਾ ਖੁਆਬ ਪੂਰਾ ਕਰ ਸਕਦੀ ਹਾਂ। ਪੜ੍ਹ ਗਏ ਹੁਣ ਮੈਂ ਪੜ੍ਹ ਲਿਖ ਕੇ ਡਿਗਰੀ ਕਰਕੇ ਆਪਣੇ ਪਾਪਾ ਦਾ ਖੁਆਬ ਪੂਰਾ ਕਰਨਾ। ਅਤੇ 1 ਸਾਲ ਪੜ੍ਹਾਈ ਛੁੱਟ ਗਈ ਸੀਗੀ ਮੇਰੀ ਅਤੇ ਫੀਸ ਅਤੇ ਐਡਮਿਸ਼ਨ ਦੇ ਕਾਰਨ ਮੇਰੀ ਪੜ੍ਹਾਈ ਛੁੱਟ ਗਈ ਸੀ। 1 ਸਾਲ ਮੈਂ ਦੁਕਾਨ 'ਤੇ ਕੰਮ ਕੀਤਾ। ਮੈਂ ਆਪਣੇ ਪਾਪਾ ਦਾ ਸੰਸਕਾਰ ਆਪ ਕੀਤਾ ਅਤੇ ਮੈਂ ਉਹ ਤੋਂ ਕਮਜ਼ੋਰ ਨਹੀਂ ਹੋਈ। ਆਪਣੀ ਮੰਮਾ ਨੂੰ ਬਲਕਿ ਹੌਸਲਾ ਦਿੱਤਾ ਕਿ ਹਾਂ ਘਬਰਾਉਣਾ ਨਹੀਂ, ਕਿਸੇ ਸਾਹਮਣੇ ਰੋਣਾ ਨਹੀਂ ਹੈਗਾ ਅਤੇ ਆਪਣਾ ਹੌਸਲਾ ਬੁਲੰਦ ਰੱਖਣਾ। ਜੇ ਆਪਾਂ ਕਿਸੇ ਸਾਹਮਣੇ ਰੋਵਾਂਗੇ ਅਗਲੇ ਨੇ ਮਜ਼ਾਕ ਹੀ ਬਣਾਉਣਾ। ਅਤੇ ਮੈਂ ਆਪਣੀ ਮੰਮਾ ਨੂੰ ਹੌਸਲਾ ਦਿੱਤਾ ਵਾ। ਹਾਂਜੀ, ਅੱਜ ਪਹਿਲਾ ਮੇਰਾ ਦਿਨ ਸੀਗਾ। ਮੈਂ ਧੰਨਵਾਦ ਕਰਦੀ ਹਾਂ ਵੱਡੇ ਡਿਪੂ ਵਾਲੇ ਸਰ ਰਾਕੇਸ਼ ਗਾਂਧੀ ਸਰ। ਅਤੇ ਅੱਜ ਮੇਰਾ ਪਹਿਲਾ ਦਿਨ ਸੀਗਾ ਸਕੂਲ ਦਾ। ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਅੱਜ ਸਕੂਲ ਗਈ। ਕਿਸੇ ਟਾਈਮ 10 ਕਮਾਏ ਆ, ਉਹਦੇ 'ਚ ਵੀ ਸਬਰ ਕੀਤਾ ਅਤੇ ਕਿਸੇ ਟਾਈਮ ਕੰਮ ਨਹੀਂ ਆਉਂਦਾ ਸੀਗਾ, ਉੱਦੇ ਬੈਠ ਕੇ ਚਲੀ ਜਾਂਦੀ। ਕਿਸੇ ਟਾਈਮ 100 ਦਾ ਵੀ ਆਉਂਦਾ ਸੀ, ਉਹ 'ਚ ਵੀ ਗੁਜ਼ਾਰਾ ਕੀਤਾ। ਪਰਮਾਤਮਾ ਦਾ ਭਾਣਾ ਮੰਨ ਕੇ ਬਸ ਸਬਰ ਕੀਤਾ। ਕਿਸੇ ਮੂਹਰੇ ਨਹੀਂ ਹੱਥ ਅੱਡਿਆ। ਆਪਣਾ ਪਰਮਾਤਮਾ ਦਾ ਭਾਣਾ ਮੰਨ ਕੇ ਆਪੇ ਗੁਜ਼ਾਰਾ ਕੀਤਾ। ਜਦੋਂ ਮੈਂ ਦੇਖਦੀ ਹੁੰਦੀ ਸੀ ਨਿਆਣੇ ਖੇਡਦੇ ਹੁੰਦੇ ਸੀਗੇ ਅਤੇ ਮੈਂ ਇੱਥੇ ਕੰਮ ਕਰਦੀ ਹੁੰਦੀ ਸੀ ਅਤੇ ਮੈਂ ਕਦੇ ਵੀ ਮੰਮਾ ਨੂੰ ਨਹੀਂ ਕਿਹਾ ਵੀ ਮੰਮਾ ਮੈਂ ਵੀ ਖੇਡਣਾ ਵਾ। ਮੈਂ ਮੰਮਾ ਨਾਲ ਆਪਣੀ ਨਾਲ ਡਟ ਕੇ ਕੰਮ ਕੀਤਾ, ਉਹਨਾਂ ਦਾ ਸਾਥ ਦਿੱਤਾ, ਉਹਨਾਂ ਦੇ ਨਾਲ ਖੜੀ। ਮੈਮ ਮੇਰਾ ਨਾਮ ਸੁਖਵੀਰ ਕੌਰ ਹੈ। ਮੇਰੀ ਬੇਟੀ ਦਾ ਨਾਮ ਨਵਜੋਤ ਹੈ। 12 ਸਾਲ ਦੀ ਮੇਰੀ ਬੱਚੀ ਹੈ ਜੋ ਕਿ ਮੋਟਰਸਾਈਕਲ ਮਕੈਨਿਕ ਬਣ ਗਈ ਹੈ। ਹਾਂਜੀ ਮੈਮ, ਆਪਾਂ ਮਾਮਾ ਧੀਆਂ ਦੁਕਾਨ ਚਲਾ ਰਹੇ ਹਾਂ ਕਿਉਂਕਿ ਇਸ ਟਾਈਮ ਮੇਰੇ ਕੋਲ ਮਕੈਨਿਕ ਕੋਈ ਨਹੀਂ। ਮੈਂ ਖੁਦ ਕੰਮ ਕਰਦੀ ਹਾਂ, ਮੇਰੀ ਬੇਟੀ ਕੰਮ ਕਰਦੀ ਹੈ। ਨਹੀਂ ਮੈਮ, ਮੇਰੇ ਹਸਬੈਂਡ ਦੀ ਡੈਥ 9/10/2018 ਦੇ ਵਿੱਚ ਹੋ ਗਈ ਸੀਗੀ। ਉਹਨਾਂ ਦੇ 3 ਸਾਲ ਹੋ ਗਏ ਉਹਨਾਂ ਦੀ ਡੈਥ ਹੋਈ ਨੂੰ। ਉਸ ਤੋਂ ਬਾਅਦ ਅਸੀਂ ਖੁਦ ਮਾਂ ਬੇਟੀ ਆਪਣਾ ਗੁਜ਼ਾਰਾ ਖੁਦ ਹੀ ਕਰਦੇ ਹਾਂ। ਮੇਰੀ ਫੈਮਿਲੀ ਮੈਂਬਰ ਇੱਕ ਮੇਰੇ ਸਹੁਰਾ ਸਾਹਿਬ ਹੈ, ਇੱਕ ਮੇਰੇ ਜੇਠ ਜੀ ਹੈ, ਇੱਕ ਮੇਰੀ ਬੇਟੀ, ਇੱਕ ਮੈਂ। ਸਾਡੀ ਫੈਮਿਲੀ 'ਚ ਕਮਾਉਣ ਵਾਲਾ ਕੋਈ ਨਹੀਂ ਹੈਗਾ। ਮੇਰੇ ਸਿਰ 'ਤੇ ਹੀ ਗੁਜ਼ਾਰਾ ਚੱਲਦਾ ਸਾਡੀ ਫੈਮਿਲੀ ਦਾ। ਕਿਉਂਕਿ ਸਹੁਰਾ ਸਾਹਿਬ ਵੀ ਮੇਰੇ ਬਜ਼ੁਰਗ ਆ, ਉਹਨਾਂ ਤੋਂ ਗੋਡਿਆਂ ਤੋਂ ਚੱਲਿਆ ਨਹੀਂ ਇੰਨਾ ਜਾਂਦਾ ਹੈਗਾ। ਜਿਹੜੇ ਮੇਰੇ ਜੇਠ ਸਾਹਿਬ ਆ ਉਹਨਾਂ ਦਾ ਵੀ ਮੈਂ ਇੱਦਾਂ ਹੀ ਆ, ਜਿੱਦਾਂ ਮਤਲਬ ਕਿ ਕਹਿ ਦਈਏ ਅਪੰਗ ਆ, ਹੱਥ ਪੈਰ ਉਹਨਾਂ ਦੇ ਕੰਮ ਨਹੀਂ ਕਰਦੇ। ਉਹਨਾਂ ਨੂੰ ਖਾਣਾ ਪਾਣੀ ਰੋਟੀ ਪਾਣੀ ਮੈਂ ਖੁਦ ਖਵਾਉਂਦੀ ਹਾਂ, ਨਲਾਉਂਦੀ ਧਲਾਉਂਦੀ ਮੈਂ ਆਪੇ ਹੀ ਹਾਂ। ਸਾਡੀ ਫੈਮਿਲੀ 'ਚ ਕਮਾਉਣ ਵਾਲਾ ਕੋਈ ਵੀ ਨਹੀਂ ਹੈਗਾ। ਮੇਰੇ ਹਸਬੈਂਡ ਦੀ ਡੈਥ ਉਹਨਾਂ ਦੇ ਜਿੱਦਾਂ ਪਹਿਲਾਂ ਤਾਂ ਉਹਨਾਂ ਦੇ ਖਾਣਾ ਖਾਣ ਤੋਂ ਬਾਅਦ ਉਹਨਾਂ ਨੂੰ ਖਾਂਸੀ ਆਉਂਦੀ ਸੀ ਤਾਂ ਆਪਾਂ ਡਾਕਟਰ ਦੇ ਕੋਲ ਗਏ। ਉਹਨਾਂ ਨੇ ਆਪਾਂ ਨੂੰ ਸਕੈਨਿੰਗ ਵਗੈਰਾ ਲੈ ਕੇ ਦਿੱਤੀ। ਸਕੈਨਿੰਗ ਤੋਂ ਆਪਾਂ ਟੈਸਟ ਕਰਵਾਏ। ਉਹਨਾਂ ਨੇ ਜਲੰਧਰ ਰੈਫਰ ਕਰਤਾ। ਜਲੰਧਰ ਵਾਲਿਆਂ ਨੇ ਆਪਾਂ ਨੂੰ PGI ਭੇਜ ਦਿੱਤਾ। PGI ਆਪਣਾ 8 ਮਹੀਨੇ ਇਲਾਜ ਚੱਲਿਆ। ਉਸ ਤੋਂ ਬਾਅਦ ਆਪਣੇ 8 ਮਹੀਨੇ ਖਾਣਾ ਨਾ ਖਾਣ ਦੇ ਨਾਲ ਲੀਵਰ ਕਮਜ਼ੋਰ ਹੋ ਗਿਆ। ਉਸ ਤੋਂ ਬਾਅਦ ਮੇਰੇ ਹਸਬੈਂਡ ਦੀ ਡੈਥ ਇੱਕ ਹਾਰਟ ਅਟੈਕ ਦੇ ਨਾਲ ਹੋ ਗਈ। ਅਟੈਕ ਹੋ ਗਿਆ ਉਹਨਾਂ ਨੂੰ। ਨਹੀਂ ਮੈਮ, ਪਹਿਲਾਂ ਮੇਰੇ ਕੋਲ ਵਰਕਰ ਸੀ ਜੋ ਮੇਰੇ ਹਸਬੈਂਡ ਦੇ ਨਾਲ ਕੰਮ ਕਰਦੇ ਸੀ। ਉਹਨਾਂ ਨੇ ਸਾਡਾ ਬਹੁਤ ਹੀ ਸਾਥ ਦਿੱਤਾ ਕਿਉਂਕਿ ਜਦੋਂ ਮੇਰੇ ਹਸਬੈਂਡ PGI ਜਾਂਦੇ ਹੁੰਦੇ ਸੀ ਉਹਨਾਂ ਨੇ ਸਾਨੂੰ ਮਹਿਸੂਸ ਨਹੀਂ ਹੋਣ ਦਿੱਤਾ। ਸਾਡੀ ਦੁਕਾਨ ਦਾ ਜੋ ਕਮਾਉਂਦੇ ਸੀ 100 ਕਮਾਉਂਦੇ ਸੀ 500 ਕਮਾਉਂਦੇ ਸੀ, ਸਾਡਾ ਘਰ ਦਾ ਗੁਜ਼ਾਰਾ ਚਲਾਉਂਦੇ ਸੀਗੇ। ਉਸ ਤੋਂ ਬਾਅਦ ਜਦੋਂ ਮੇਰੇ ਹਸਬੈਂਡ ਦੀ ਡੈਥ ਹੋ ਗਈ ਤਾਂ 2-3 ਮਹੀਨੇ ਬਾਅਦ ਮੈਂ ਖੁਦ ਆ ਕੇ ਸ਼ੌਪ 'ਤੇ ਬੈਠਣ ਲੱਗ ਗਈ। ਤਾਂ ਉਸ ਤੋਂ ਬਾਅਦ ਮੇਰੇ ਕਾਰੀਗਰਾਂ ਨੇ ਫਿਰ ਵੀ ਮੇਰਾ ਸਾਥ ਦਿੱਤਾ। ਮੈਂ ਉਹਨਾਂ ਵੱਲ ਦੇਖ ਦੇਖ ਕੇ ਹੌਲੀ ਹੌਲੀ ਟ੍ਰੈਂਡ ਹੋ ਕੇ
ਤਾਂ ਆਪ ਖੁਦ ਕੰਮ ਕਰਨ ਲੱਗ ਗਈ। ਹਾਂਜੀ ਮੈਮ, ਮੇਰੀ ਬੇਟੀ ਦਾ ਸੁਪਨਾ ਸੀ ਕਿ ਮੈਂ ਪੜ੍ਹ ਲਿਖ ਕੇ ਮੈਂ ਪੁਲਿਸ ਅਫਸਰ ਬਣਾ। ਹਾਲਾਤਾਂ ਨੇ ਸਾਡੇ ਤੇ ਐਸਾ ਮਾੜਾ ਵਕਤ ਪਾਇਆ, ਸਾਡੇ ਤੇ ਪ੍ਰਮਾਤਮਾ ਨੇ, ਕਿ ਸਾਨੂੰ ਹਾਲਾਤਾਂ ਨੇ ਘੇਰ ਲਿਆ। ਆਪਾਂ ਕਿਸੇ ਦੇ ਵੀ ਅੱਗੇ ਹੱਥ ਨਹੀਂ ਅੱਡਿਆ ਕਿ ਸਾਡੀ ਮਦਦ ਕਰੋ, ਕਿਸੇ ਦੇ ਵੀ ਮੂਹਰੇ ਅਸੀਂ ਹੱਥ ਨਹੀਂ ਫੈਲਾਇਆ। ਜੇ 10 ਕਮਾਏ ਤਾਂ 10 'ਚ ਗੁਜ਼ਾਰਾ ਕੀਤਾ, 100 ਕਮਾਏ ਤਾਂ 100 'ਚ ਗੁਜ਼ਾਰਾ ਕੀਤਾ। ਮਾਂ ਬੇਟੀ ਨੇ ਸਾਡੇ ਪ੍ਰਮਾਤਮਾ ਨੇ ਸਾਨੂੰ ਇੰਨੇ ਕੁ ਸੰਸਕਾਰ ਦਿੱਤੇ ਆ ਕਿ ਆਪਣੇ 10 ਨੋਹਾਂ ਦੀ ਕਿਰਤ ਕਰੋ, 10 ਨੋਹਾਂ ਦੀ ਕਿਰਤ ਵਿੱਚ ਹੀ ਆਪਣਾ ਘਰ ਚਲਾਓ। ਹਸਬੈਂਡ ਤੇ ਮੇਰੇ ਦੇ ਇੰਨੇ ਨੇਚਰ ਨਾਈਸ ਸੀਗੇ, ਉਹਨਾਂ ਨੇ ਵੀ ਕਦੀ ਕਿਸੇ ਮੂਹਰੇ ਹੱਥ ਨਹੀਂ ਅੱਡਿਆ ਸੀਗਾ। ਜਿੰਨੇ ਜੋਗੇ ਸੀ ਪਹਿਲਾਂ ਗਰੀਬੀ ਦੇ ਹਾਲਾਤਾਂ 'ਚ ਉਹਨਾਂ ਨੇ ਕੰਮ ਸਿੱਖਿਆ ਸੀ, ਗਰੀਬੀ ਕੱਢਦੇ ਜਦੋਂ ਆਪਣੇ ਪੈਰਾਂ ਤੇ ਸਟੈਂਡ ਹੋਏ ਤਾਂ ਪ੍ਰਮਾਤਮਾ ਨੇ ਉਹਨਾਂ ਦੀ ਆਪਣੀ ਲਾਈਫ ਖਤਮ ਕਰ ਦਿੱਤੀ। ਇਹ ਇਹਦੀ ਬੇਟੀ ਨਹੀਂ, ਇਹਦਾ ਬੇਟਾ ਹੀ ਆ। ਜੋ ਅਗਨੀ ਦੀ ਵੀ ਕਹਿੰਦੇ ਹੁੰਦੇ ਆ ਰਸਮ ਪੂਰੀ ਕਰਦੇ, ਮੇਰੀ ਬੇਟੀ ਨੇ ਹੀ ਸਾਰੀਆਂ ਰਸਮਾਂ ਆਪਣੇ ਪਾਪਾ ਦੀਆਂ ਮੇਰੀ ਬੇਟੀ ਨੇ ਹੀ ਪੂਰੀਆਂ ਕੀਤੀਆਂ। ਹੌਸਲਾ ਮੈਨੂੰ ਮੇਰੀ ਬੇਟੀ ਨੇ ਹੀ ਦਿਆ। ਕਹਿੰਦੀ ਮੰਮਾ ਕਿਸੇ ਦੇ ਵੀ ਅੱਗੇ ਹੰਝੂ ਨਹੀਂ ਕੱਢਣੇ ਹੈਗੇ। ਮੈਂ ਆਪਣੀ ਬੇਟੀ ਦੇ ਸਾਹਮਣੇ ਹੰਝੂ ਨਹੀਂ ਕੱਢਦੀ ਹੈਗੀ। ਮੇਰੀ ਬੇਟੀ ਕਹਿੰਦੀ ਮੰਮਾ ਜੇ ਕਿਸੇ ਅੱਗੇ ਹੰਝੂ ਕੱਢਾਂਗੇ ਆਪਣਾ ਮਜ਼ਾਕ ਬਣਾਉਂਗੇ, ਹੰਝੂ ਆਪਾਂ ਆਪਣੇ ਪਰਮਾਤਮਾ ਮੂਹਰੇ ਕੱਢਣੇ, ਜਿਨ੍ਹਾਂ ਨੇ ਸਾਡੇ ਤੋਂ ਡੈਥ ਹੋ ਗਈ ਹੈ। ਸਾਡੇ ਪਾਪਾ ਸਾਨੂੰ ਛੱਡ ਕੇ ਚਲੇ ਗਏ, ਆਪਾਂ ਪਰਮਾਤਮਾ ਨੂੰ ਦੋਸ਼ ਦੇਣਾ, ਆਪਾਂ ਕਿਸੇ ਅੱਗੇ ਨਹੀਂ ਰੋਣਾ ਹੈਗਾ। ਮੰਮਾ ਜੋ ਪਾਪਾ ਦੇ ਸੁਪਨੇ ਸੀ ਆਪਾਂ ਮਾਂ ਬੇਟੀ ਨੇ ਰਲ ਕੇ ਪੂਰੇ ਕਰਨੇ ਆ। ਹਾਂਜੀ ਮੈਨੂੰ ਪਹਿਲਾਂ ਉਹਦਾ ਸਕੂਲ ਵੀ ਸਟੱਡੀ ਵੀ, ਜਿੱਦਾਂ ਸਾਡੇ ਕੋਲ ਪੈਸਾ ਹੈ ਨਹੀਂ ਸੀ, ਖਰਚਾ ਹੈ ਨਹੀਂ ਸੀ। ਕੋਵਿਡ ਲੋਕਡਾਊਨ ਲੱਗਣ ਦੇ ਬਾਅਦ ਸਾਰਿਆਂ ਦੇ ਚੰਗਿਆਂ ਦੇ ਹਾਲਾਤ ਮਾੜੇ ਹੋ ਗਏ, ਆਪਾਂ ਕਿਸੇ ਅੱਗੇ ਵੀ ਹੱਥ ਨਹੀਂ ਅੱਡਿਆ। ਤਾਂ ਉਸ ਤੋਂ ਬਾਅਦ ਜਦੋਂ ਲੋਕਡਾਊਨ ਲੱਗਿਆ ਫਿਰ ਮੈਂ ਆਪਣੀ ਬੇਟੀ ਨੂੰ ਟ੍ਰੇਨਿੰਗ ਦਿੱਤੀ, ਹੌਲੀ ਉਹਨੂੰ ਕੰਮ ਸਿਖਾਇਆ। ਹੁਣ ਮੇਰੀ ਬੇਟੀ ਮੇਰੇ ਜਿੰਨਾ ਹੀ ਕੰਮ ਕਰ ਲੈਂਦੀ ਆ। ਮੋਟਰਸਾਈਕਲ, ਸਕੂਟਰ, ਸਪਲੈਂਡਰ, ਪਲੈਟੀਨਾ ਹੋਵੇ, ਐਕਟਿਵਾ ਹੋਵੇ, ਪਲੇਜ਼ਰ ਹੋਵੇ, ਕੋਈ ਵੀ ਹੋਵੇ, ਜੁਪੀਟਰ ਹੋਵੇ, ਸਾਰੀਆਂ ਗੱਡੀਆਂ ਦਾ ਕੰਮ ਮੇਰੀ ਬੇਟੀ ਕਰ ਲੈਂਦੀ ਆ। ਹਾਂਜੀ ਮੇਰੇ ਵੱਲ ਦੇਖ ਕੇ ਹੀ ਉਹਨਾਂ ਨੇ ਸਿੱਖਿਆ। ਮੈਂ ਆਪਣੇ ਜਿਹੜੇ ਮੇਰੇ ਵਰਕਰ ਲੱਗੇ ਹੁੰਦੇ ਸੀ, ਮਕੈਨਿਕ ਮੇਰੇ ਹਸਬੈਂਡ ਨਾਲ ਲੱਗੇ ਹੁੰਦੇ ਸੀ ਨਾ, ਮੈਂ ਉਹਨਾਂ ਵੱਲ ਦੇਖ ਕੇ ਹੀ ਉਹਨਾਂ ਵੱਲ ਮੈਂ ਆਪਣੇ ਆਪ ਨੂੰ ਦਿਲ ਨੂੰ ਸੋਚਿਆ ਕਿ ਪਰਮਾਤਮਾ ਜੇ ਤੂੰ ਕਿੰਨਾ ਕੁ ਚਿਰ ਕਿਸੇ ਦੇ ਹੱਥਾਂ ਵੱਲ ਦੇਖੂੰਗਾ। ਆਪਣੇ ਹੱਥ ਮੈਂ ਆਪ ਖੁਦ ਅੱਗੇ ਵੱਧ ਕੇ ਆਪਣਾ ਹੌਸਲਾ ਵਧਾਇਆ, ਆਪਣੇ ਪੈਰਾਂ ਤੇ ਮੈਂ ਖੁਦ ਸਟੈਂਡ ਉਹਨਾਂ ਵਰਕਰਾਂ ਵੱਲ ਦੇਖ ਕੇ ਹੋ ਗਈ। ਕਿਉਂਕਿ ਸਪੇਅਰ ਪਾਰਟ ਮੇਰੇ ਹਸਬੈਂਡ ਪਹਿਲਾਂ ਹੀ ਜਲੰਧਰ ਤੋਂ ਮੰਗਵਾਉਂਦੇ ਹੁੰਦੇ ਸੀਗੇ। ਮੈਨੂੰ ਸਪੇਅਰ ਪਾਰਟ ਬਾਰੇ ਨੌਲੇਜ ਸੀਗੀ, ਜਿਹੜਾ ਟੂਲ ਆ, ਗੋਟੀਆਂ, ਪਲਾਸ, ਪਾਨੇ, ਇਹਨਾਂ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਸੀ, ਨਾ ਚਾਬੀਆਂ ਬਾਰੇ ਕੋਈ ਨੌਲੇਜ ਨਹੀਂ ਸੀ। ਜਦੋਂ ਮੈਂ ਦੁਕਾਨ ਤੇ ਆਉਣ ਲੱਗੀ ਵਰਕਰਾਂ ਵੱਲ ਦੇਖ ਕੇ ਹੀ ਮੇਰੀ ਇੰਨੀ ਨੌਲੇਜ ਵਧੀ ਕਿ ਸਪੇਅਰ ਪਾਰਟ ਦਾ ਸਮਾਨ, ਕਿਹੜਾ ਪਾਰਟ ਕਿੱਥੇ ਗੱਡੀ ਨੂੰ ਲੱਗਦਾ, ਕਿਹੜਾ ਪਾਰਟ ਕਿੱਥੇ ਲੱਗਦਾ, ਕਿੰਨਾ ਨੰਬਰ ਚਾਬੀ ਲੱਗਦੀ, ਕਿੰਨਾ ਨੰਬਰ ਪਾਨਾ ਲੱਗਦਾ। ਮੈਂ ਵਰਕਰਾਂ ਤੋਂ ਹੀ ਟ੍ਰੇਨਿੰਗ ਲਈ, ਕਿਉਂਕਿ ਮੈਨੂੰ ਵਰਕਰਾਂ ਨੇ ਸਿਖਾਇਆ ਨਹੀਂ, ਕਿਉਂਕਿ ਮੇਰੇ ਵਰਕਰ ਇੰਨੇ ਨਾਈਸ ਸੀ, ਉਹ ਨਹੀਂ ਚਾਹੁੰਦੇ ਸੀ ਸਾਡੀ ਮਾਲਕਣ ਕੰਮ ਕਰੇ। ਮੇਰੀ ਬੇਟੀ ਨੇ ਮੇਰਾ ਹੌਸਲਾ ਬਹੁਤ ਜ਼ਿਆਦਾ ਵਧਾਇਆ, ਕਿਉਂਕਿ ਤਲਵਾਰ ਸਰ ਇੱਕ ਧਾਰੀ ਹੁੰਦੀ ਆ ਨਾ, ਦੁਨੀਆ 4 ਧਾਰੀ ਆ। ਨਾ ਇਹ ਖਾਂਦਿਆਂ ਨੂੰ ਜਰਦੀ, ਨਾ ਇਹ ਭੁੱਖਿਆਂ ਨੂੰ ਜਰਦੀ, ਨਾ ਪਹਿਰਾਵੇ ਨੂੰ, ਨਾ ਬਸਤਾ। ਆਪਾਂ ਚਾਹਾਂ ਪਾਸਿਆਂ ਤੋਂ ਕਿਸੇ ਨੂੰ ਨਹੀਂ ਮੰਨਿਆ, ਆਪਾਂ ਆਪਣੀ ਨੀਤ ਨਾਲ ਸਿੱਧੇ ਰਹੇ, ਵਾਹਿਗੁਰੂ ਦਾ ਸਹਾਰਾ ਲਿਆ। ਵਾਹਿਗੁਰੂ ਨੂੰ ਕਿਹਾ ਪਰਮਾਤਮਾ ਜੇ ਸਾਡੇ ਲਈ ਕੋਈ ਮਾੜਾ ਬੋਲੂ ਉਹ ਵੀ ਤੁਹਾਨੂੰ ਸੇਰਾ ਜਾਣਾ ਆ, ਜੇ ਸਾਡੇ ਲਈ ਕੋਈ ਸੋਭਾ ਕਰੂੰਗਾ ਉਹ ਵੀ ਪਰਮਾਤਮਾ ਵਾਹਿਗੁਰੂ ਤੁਹਾਡੀ ਇੱਜ਼ਤ ਬਣਨੀ ਆ। ਅਸੀਂ ਤੁਹਾਡੇ ਮੂਹਰੇ ਕੁਛ ਨਹੀਂ ਹੈਗੇ, ਸਾਨੂੰ ਆਪਣੇ ਚਰਨਾਂ ਦੀ ਧੂੜ ਬਣਾ ਕੇ ਰੱਖਣਾ ਤੁਹਾਡਾ ਹੀ ਹੈ। ਮੇਰੇ ਹਸਬੈਂਡ ਨੇ ਮੈਨੂੰ ਇਹ ਕਿਹਾ ਸੀ ਜਦੋਂ ਤੱਕ ਮੇਰਾ ਬਾਪ ਜਿੰਦਾ, ਜਦੋਂ ਤੱਕ ਮੇਰਾ ਬ੍ਰਦਰ ਜਿੰਦਾ, ਇਹਨਾਂ ਨੂੰ ਛੱਡ ਕੇ ਕਦੀ ਵੀ ਕਿਤੇ ਨਾ ਜਾਏ। ਜਿਸ ਦਿਨ ਇਹ ਅੱਖਾਂ ਮੀਟ ਜਾਓਗੇ ਉਸ ਟਾਈਮ ਬਾਅਦ ਵਿੱਚ ਆਪਣੇ ਭਰਾਵਾਂ ਦੇ ਬੇਸ਼ੱਕ ਘਰ ਚਲ ਜਾਏ, ਮੇਰੇ ਬਾਪ ਨੂੰ ਤੇ ਮੇਰੇ ਭਰਾ ਨੂੰ ਕਦੀ ਵੀ ਧੱਕਾ ਨਾ ਦੇ। ਹਾਂਜੀ ਮੈਮ ਮੈਂ ਜੇਠ ਨੂੰ ਵੀ, ਉਹਨੂੰ ਮੈਂ ਕਦੀ ਜੇਠ ਨਹੀਂ ਸਮਝਿਆ, ਉਹਨੂੰ ਆਪਣਾ ਛੋਟਾ ਬ੍ਰਦਰ ਹੀ ਸਮਝਿਆ ਆ। ਅੱਜ ਤੱਕ ਵੀ ਮੈਂ ਉਹਨੂੰ ਛੋਟੇ ਬ੍ਰਦਰ ਦੀ ਤਰ੍ਹਾਂ ਹੀ ਸਮਝਦੀ ਹਾਂ। ਮੈਂ ਕਦੀ ਵੀ ਉਹਨੂੰ ਇਦਾਂ ਨਹੀਂ ਕਿਹਾ, ਕਿਉਂਕਿ ਉਹਨਾਂ ਦਾ ਆਪਰੇਸ਼ਨ ਵੀ, ਉਹਨਾਂ ਦਾ ਵੀ, ਮੇਰੇ ਜੇਠ ਸਾਹਿਬ ਦਾ ਵੀ ਆਪਰੇਸ਼ਨ ਹੋ ਚੁੱਕਾ ਆ। ਬਾਥਰੂਮ ਵਾਲੀ ਨਾਲੀ ਬਲੌਕ ਹੋ ਗਈ ਸੀ, ਦੇਵੀ ਤਲਾ ਉਹਨਾਂ ਦਾ ਹਸਪੀਟਲ ਆਪਰੇਸ਼ਨ ਹੋਇਆ ਸੀ। ਮੈਂ ਉਸ ਟਾਈਮ ਵੀ ਉਹਨਾਂ ਦਾ ਉਸ ਦੁੱਖ ਘੜੀ 'ਚ ਵੀ ਸਾਥ ਸਾਰਾ ਹੀ ਦਿੱਤਾ। ਜੋ ਬੱਚਿਆਂ ਦਾ ਆਪਾਂ ਕਰਦੇ ਕੰਮ ਨਾ, ਲੈਟਰਿਨ ਬਾਥਰੂਮ ਵਾਲਾ ਵੀ ਸਾਰਾ ਮੈਂ ਖੁਦ ਕਰਵਾਇਆ। ਸਰ ਉਸ ਤੋਂ ਬਾਅਦ ਜੋ ਵੀ ਮੇਰੀ ਬੇਟੀ ਕੰਮ ਕਰ ਰਹੀ ਹੈ, ਮੇਰੀ ਬੇਟੀ ਦੇ ਕੋਲੋਂ 40 ਸਾਲ ਏਜ ਦੇ ਮਰਦ ਵੀ ਕੰਮ ਕਰਾਉਂਦੇ ਆ, 50 ਸਾਲ ਦੀ ਏਜ ਦੇ ਵੀ ਕੰਮ ਕਰਾਉਂਦੇ ਆ, ਲੇਡੀਜ਼ ਵੀ ਆਉਂਦੀਆਂ, 16 ਸਾਲ ਦੀਆਂ ਵੀ ਲੜਕੀਆਂ ਆਉਂਦੀਆਂ ਆ, 25 ਸਾਲ ਦੀਆਂ ਵੀ ਆਉਂਦੀਆਂ। ਮੈਂ ਬਹੁਤ ਖੁਸ਼ ਹਾਂ ਕਿ ਮੇਰੀ ਬੇਟੀ 40 ਸਾਲ ਦੇ ਬਜ਼ੁਰਗਾਂ ਦੀਆਂ ਵੀ ਗੱਡੀਆਂ ਮਕੈਨਿਕ ਬਣ ਕੇ ਸੈੱਟ ਕਰਕੇ ਤੋਰਦੀ ਹੈ। ਇਹ ਮੋਟਰਸਾਈਕਲ ਸਪਲੈਂਡਰ, ਪਲਟੀਨਾ, ਗਲੈਮਰ, ਪਲਸਰ ਦੀ ਹਰ ਇੱਕ ਦੀ ਸਰਵਿਸ ਕਰ ਲੈਂਦੀ ਆ। ਚੇਨ ਸੈੱਟ ਵੀ ਪਾ ਲੈਂਦੀ ਆ, ਇਹ ਤਾਰਾਂ ਵੀ ਪਾ ਲੈਂਦੀ, ਬ੍ਰੇਕ ਸ਼ੂ ਵੀ ਪਾ ਲੈਂਦੀ ਹੈ। ਐਕਟਿਵਾ, ਮੈਸਟਰੋ, ਪਲੇਜ਼ਰ, ਕੋਈ ਵੀ ਬਾਈਕ ਹੋਵੇ ਲੇਡੀਜ਼ ਤਾਂ ਸਾਰਿਆਂ ਦੀ ਇਹ ਸਰਵਿਸ ਵਗੈਰਾ, ਰਿਪੇਅਰ ਵਗੈਰਾ ਪ੍ਰੋਪਰ ਕਰਦੀ। ਸਰ ਮੈਨੂੰ ਇੰਨਾ ਮਾਣਿਆ ਕਿ ਮੇਰੀ ਬੇਟੀ ਨਹੀਂ, ਮੇਰਾ ਬੇਟਾ ਆ। ਇਹ ਰਿੰਕੂ ਦਾ, ਪਰਵਿੰਦਰ ਕੁਮਾਰ ਦਾ ਬੇਟਾ ਹੀ ਆ। ਇਹ ਸਾਡੇ ਲਈ ਪਰਮਾਤਮਾ ਨੇ ਇੱਕ ਬੇਟੇ ਦੇ ਰੂਪ 'ਚ ਸਾਨੂੰ ਧੀ ਦਿੱਤੀ। ਧੀ ਨਹੀਂ, ਮੇਰਾ ਬੇਟਾ ਆ। ਧੀਆਂ ਵਾਲਿਆਂ ਨੂੰ ਕਦੀ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡੇ ਧੀਆਂ ਆ, ਕਿਉਂਕਿ ਧੀਆਂ ਆਪਣੀ ਕਿਸਮਤ ਆਪ ਖੁਦ ਲੈ ਕੇ ਆਉਂਦੀਆਂ ਆ। ਕਿਉਂਕਿ ਚੰਦ ਤੇ ਪਹੁੰਚਣ ਵਾਲੀ ਇੱਕ ਕਲਪਨਾ ਚਾਵਲਾ ਸੀ ਨਾ, ਉਹ ਵੀ ਕਿਸੇ ਮਾਂ-ਬਾਪ ਦੀ ਧੀ ਸੀਗੀ। ਉਹਨਾਂ ਨੂੰ ਇੰਨਾ ਮਾਣ ਸੀ। ਆਪਾਂ ਮਾਂ ਬੇਟੀ ਨੇ ਉਹਨਾਂ ਦੇ ਹੀ ਹੌਸਲੇ ਦੇਖ ਕੇ ਅੱਗੇ ਮਾਂ ਬੇਟੀ ਨੇ ਆਪਣਾ ਹੌਸਲਾ ਬੁਲੰਦ ਰੱਖਿਆ ਕਿ
ਕਿਉਂ ਨਾ ਆਪਾਂ ਵੀ ਆਪਣਾ ਖੁਦ ਕੰਮ ਕਰਕੇ ਇਹਦੇ ਪਾਪਾ ਦੀ ਯਾਦ ਆਪਾਂ ਤਾਜ਼ੀ ਰੱਖਾਂਗੇ। ਜਦੋਂ ਤੱਕ ਸਰ ਮੇਰੀ ਲਾਈਫ ਆ, ਮੇਰੀ ਜ਼ਿੰਦਗੀ ਆ, ਮੈਂ ਆਪਣੇ ਹਸਬੰਡ ਵਾਲਾ ਹੀ ਕੰਮ ਰੱਖਾਂਗੀ, ਮਕੈਨਿਕੀ ਦਾ ਹੀ ਰੱਖਾਂਗੀ। ਮੈਂ ਇਹਦੇ ਨਾਲ ਦੇ ਬੱਚੇ ਖੇਡਦੀ ਦੇਖਦੀ ਸੀ ਨਾ, ਮੇਰੇ ਮਨ ਨੂੰ ਬਹੁਤ ਤਕਲੀਫ ਹੁੰਦੀ ਸੀ, ਅੰਦਰੋਂ ਮੇਰਾ ਮਨ ਬਹੁਤ ਜ਼ਿਆਦਾ ਡੋਲਦਾ ਸੀ। ਪਰ ਫਿਰ ਵੀ ਮੇਰੀ ਬੇਟੀ ਨੇ ਮੇਰੇ ਸਾਹਮਣੇ ਕਦੀ ਵੀ ਜ਼ਾਹਰ ਨਹੀਂ ਕੀਤਾ ਸੀ ਕਿ ਮੰਮਾ ਮੇਰੇ ਨਾਲ ਦੇ ਦੋਸਤ ਮੇਰੇ ਖੇਡਦੇ ਆ। ਜਦੋਂ ਸਕੂਲ ਟਾਈਮ ਇਹਦੇ ਨਾਲ ਦੀਆਂ ਲੜਕੀਆਂ ਲੰਘਦੇ ਸੀ, ਇਹਨੇ ਕਦੀ ਵੀ ਨਹੀਂ ਮੈਨੂੰ ਜ਼ਾਹਰ ਕੀਤਾ ਸੀ, ਕਿਉਂਕਿ ਮੈਂ ਆਪਣੇ ਬੇਟੇ ਨੂੰ ਘਬਰਾਉਣਾ ਨਹੀਂ ਸਿਖਾਉਣਾ, ਇਹਨੂੰ ਦੁਨੀਆ ਦੇ ਵਿੱਚ ਹੌਸਲਾ ਬੁਲੰਦੀ ਦਾ ਰੱਖਣਾ ਸਿਖਾਉਣਾ ਆ, ਇਹਦਾ ਦਿਲ ਕਿੱਦਾਂ ਵੱਡਾ ਰੱਖਣਾ, ਇਹਨੂੰ ਸਾਹਮਣਾ ਦੁਨੀਆ ਦਾ ਕਰਨਾ ਕਿੱਦਾਂ ਸਿਖਾਉਣਾ, ਇਹਨੂੰ ਨੀਡਰ ਬਣਾਉਣਾ ਆ ਕਿ ਦੁਨੀਆ ਦੇ ਵਿੱਚ ਕੋਈ ਟਾਈਮ ਐਦਾਂ ਦਾ ਵੀ ਹੁੰਦਾ, ਬੇਟੀ ਅੱਜ ਮੈਂ ਤੇਰੀ ਮਾਂ ਆ, ਤੇਰੇ ਨਾਲ ਆ, ਕੋਈ ਵਕਤ ਐਦਾਂ ਦਾ ਵੀ ਹੋਊਗਾ, ਕਿਉਂਕਿ ਮਾਂ-ਬਾਪ ਸਦਾ ਨਾਲ ਨਹੀਂ ਰਹਿੰਦੇ ਹੈਗੇ, ਕੋਈ ਵਕਤ ਐਦਾਂ ਦਾ ਵੀ ਆਊਗਾ, ਇਹਨੂੰ ਕੱਲੀ ਨੂੰ ਵੀ ਆਪਣੀ ਲਾਈਫ ਸਟੱਡੀ ਕਿੱਦਾਂ ਕਰਨੀ ਪੈਣੀ ਆ, ਇਹਨੂੰ ਪਹਿਲਾਂ ਹੀ ਮੈਂ ਸਾਰੀ ਲਾਈਫ ਸਿਖਾਉਣੀ ਆ। ਨਵਜੋਤ ਆ ਕੀ ਕਰ ਰਹੇ ਹੋ? ਸਤਿ ਸ਼੍ਰੀ ਅਕਾਲ, ਮੈਂ ਬੈਟਰੀ ਸੈੱਟ ਕਰ ਰਹੀ ਹਾਂ, ਬੈਟਰੀ ਚਾਰਜ ਲਾ ਰਹੀ ਹਾਂ। ਅੱਛਾ, ਕੀ ਕਰ ਲੈਂਦੇ ਹੋ ਤੁਸੀਂ? ਅਸੀਂ ਸਰਵਿਸ ਰਿਪੇਅਰ ਕਰ ਲੈਂਦੇ ਆ ਤੇ ਬਾਕੀ ਚੇਨ ਸੈਟ ਦਾ ਕੰਮ ਕਰ ਲੈਂਦੇ ਆ, ਸ਼ੂ ਪਾ ਲੈਂਦੇ ਆ, ਬੈਟਰੀ ਕਰ ਲੈਂਦੇ ਆ, ਸਾਰਾ ਕਰ ਲੈਂਦੇ ਆ। ਜਿਹੜੇ ਆਮ ਲੋਕ ਹੁੰਦੇ ਨੇ ਜਿਹੜੇ ਇੱਥੇ ਆਪਣੀਆਂ ਬਾਈਕਸ ਜਾਂ ਇੱਥੇ ਸਕੂਟਰੀਆਂ ਖੜਾ ਕੇ ਜਾਂਦੇ ਨੇ, ਉਹ ਇੱਕ 12 ਸਾਲ ਦੀ ਬੱਚੀ ਤੇ ਭਰੋਸਾ ਕਰਕੇ ਉਸ ਨੂੰ ਆਪਣੀ ਬਾਈਕ ਦੇ ਜਾਂਦੇ ਨੇ ਕਿ ਇਹ ਸਰਵਿਸ ਠੀਕ ਕਰ ਦੇਗੀ। ਹਾਂਜੀ, ਕਈ ਕਰ ਲੈਂਦੇ ਨੇ, ਕਈ ਕਹਿੰਦੇ ਆ ਪਹਿਲੇ ਪੁੱਛ ਲੈਂਦੇ ਨੇ ਮਕੈਨਿਕ ਕਿੱਥੇ ਆ। ਇੱਦਾਂ ਤੁਸੀਂ ਕਹਿੰਦੇ ਹੋ ਕਿ ਮੈਂ ਮਕੈਨਿਕ ਆ, ਫਿਰ ਕਿਵੇਂ ਰਿਐਕਟ ਕਰਦੇ ਨੇ? ਕਿ ਬੱਚੀ ਮਕੈਨਿਕ ਕਿੱਦਾਂ ਹੋ ਸਕਦੀ ਹੈ? ਅੱਛਾ, ਇੰਨੀ ਛੋਟੀ ਬੱਚੀ ਮਕੈਨਿਕ ਕਿੱਦਾਂ ਹੋ ਸਕਦੀ ਹੈ, ਇੱਦਾਂ ਕਹਿੰਦੇ ਨੇ। ਹਾਂਜੀ ਫਿਰ ਕੰਮ ਕਰਕੇ ਦਿਖਾ ਕੇ ਉਹਨੂੰ ਜਵਾਬ ਦਿੰਦੇ ਹੋ? ਹਾਂਜੀ। ਪਹਿਲਾਂ ਬਾਈਕ ਠੀਕ ਕਰਦੇ ਹੋ, ਰਿਪੇਅਰ ਕਰਦੇ ਹੋ, ਤੇ ਉਸ ਤੋਂ ਬਾਅਦ ਬਾਈਕ ਠੀਕ ਕਰਕੇ ਚੈੱਕ ਕਰਦੇ ਹੋ ਚਲਾ ਕੇ ਕਿ ਠੀਕ ਹੋਇਆ ਕਿ ਨਹੀਂ ਹੋਇਆ? ਹਾਂਜੀ, ਬਾਈਕ ਜਿੱਦਾਂ ਰਿਪੇਅਰ ਕਰਕੇ ਬਾਅਦ ਚੋਂ ਠੀਕ ਕਰਕੇ ਫਿਰ ਅਗਲੇ ਗਾਹਕ ਨੂੰ ਐਂਡ ਚੰਗੀ ਤਰ੍ਹਾਂ ਰਿਪੇਅਰ ਕਰਕੇ ਚਲਾ ਕੇ ਫਿਰ ਦੇ ਦਿਓ। ਆਪ ਚਲਾਉਂਦੇ ਹੋ? ਹਾਂਜੀ। ਜਦ 12 ਸਾਲ ਤੁਹਾਡੀ ਉਮਰ ਹੈ, ਚਲਾ ਵੀ ਲੈਂਦੇ ਹੋ, ਠੀਕ ਵੀ ਕਰ ਲੈਂਦੇ? ਹਾਂਜੀ ਹਾਂਜੀ ਸਰ, ਪਹਿਲਾਂ ਤਾਂ ਜਦੋਂ ਆਪਣੇ ਕੋਲ ਕਸਟਮਰ ਆਉਂਦੇ ਆ ਨਾ, ਆਪਾਂ ਨੂੰ ਪੁੱਛਦੇ ਮਕੈਨਿਕ ਹੈਗਾ ਕੋਈ, ਆਪਾਂ ਕਹਿੰਦਾ ਹਾਂਜੀ ਸਰ ਕੀ ਕਰਨਾ ਆ, ਉਹ ਪੁੱਛਦੇ ਫਿਰ ਆਪਾਂ ਨੂੰ ਕੰਮ ਦੱਸਦੇ ਆ। ਜਦੋਂ ਮੈਂ ਆਪਣੀ ਬੇਟੀ ਨੂੰ ਕਹਿੰਦੀ, ਉਹ ਸੋਚਦੇ ਆ ਵੀ ਅੱਜ ਕੱਲ੍ਹ ਮਰਦ ਇੰਨਾ ਕੰਮ ਨਹੀਂ ਕਰਦੇ ਕਿ ਬੇਟੀ ਕਰ ਲੂੰਗੀ ਕੰਮ, ਪਹਿਲਾਂ ਉਹਨਾਂ ਨੂੰ ਕੋਈ ਵਿਸ਼ਵਾਸ ਨਹੀਂ ਹੁੰਦਾ। ਫਿਰ ਆਪਾਂ ਉਹਨਾਂ ਨੂੰ ਸਰ ਇਹ ਮੌਕਾ ਦੇਈਦਾ ਕਿ ਸਰ ਜੇ ਸਰਵਿਸ ਵੀ ਕਰਾਉਣੀ ਆ ਪ੍ਰੋਪਰ ਕੋਲ ਬੈਠ ਕੇ ਕਰਾਓ, ਕਿਉਂਕਿ ਆਪਾਂ ਕੰਮ ਅਗਲੇ ਦੇ ਕਸਟਮਰ ਦੇ ਦੇਖ ਰੇਖ ਹੇਠ ਕਰੀਦਾ ਆ। ਇੱਦਾਂ ਨਹੀਂ ਕਹੀਦਾ ਜਿੱਦਾਂ ਇਹਦੇ ਪਾਪਾ ਦੇ ਭਰੋਸੇ ਅਗਲੇ ਗੱਡੀ ਖੜੀ ਕਰਕੇ ਚੱਲ ਜਾਂਦੇ ਸੀ ਨਾ, ਕਈ ਇੱਦਾਂ ਦੇ ਹੁੰਦੇ ਆ, ਕਈਆਂ ਨੂੰ ਅੱਜ ਵੀ ਸਾਡੇ ਤੇ ਉਨੇ ਭਰੋਸਾ ਜਿੰਨਾ ਇਹਦੇ ਪਾਪਾ ਦੇ ਹੁੰਦੇ ਆ ਤੇ ਜੀ। ਉਹਨਾਂ ਨੂੰ ਪਤਾ ਕਿ ਇਹਦੀ ਬੇਟੀ ਸਕਸੈਸਫੁਲ ਆ, ਕੰਮ ਕਰ ਲੈਂਦੀ ਆ, ਉਹਨਾਂ ਨੇ ਪਹਿਲਾਂ ਵੀ ਕਰਾ ਕੇ ਦੇਖਿਆ ਕੰਮ, ਤੇ ਜਦੋਂ ਮੈਨੂੰ ਸਿਖਾਉਂਦੀ ਸੀਗੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਈ, ਤਾਂ ਉਹ ਸਾਡੀ ਸ਼ੌਪ ਤੇ ਆਉਂਦੇ ਆ। ਉਸ ਤੋਂ ਬਾਅਦ ਜਿਹੜੇ ਨਵੇਂ ਆਪਣੇ ਨਾਲ ਕਸਟਮਰ ਜੁੜਦੇ ਉਹਨਾਂ ਨੂੰ ਇਹ ਆਂਦੀ, ਆਪਾਂ ਉਹਨਾਂ ਨੂੰ ਕਹੀਦਾ ਕਿ ਕੋਲ ਬੈਠ ਕੇ ਕੰਮ ਸਰ ਕਰਾਓ, ਗੱਡੀ ਦੀ ਸਰਵਿਸ ਕਰਾਓ, ਤਸੱਲੀ ਕਰਵਾ ਦਿੰਦੇ ਹੋ? ਫਿਰ ਤਸੱਲੀ, ਬਿਲਕੁਲ ਤਸੱਲੀ। ਪਹਿਲਾਂ ਮੇਰੀ ਬੇਟੀ ਨੂੰ ਮੋਟਰਸਾਈਕਲ ਨਹੀਂ ਚਲਾਉਣੇ ਆਉਂਦੇ ਸੀ, ਇਹਨੂੰ ਮੈਂ ਘਰ ਦੇ ਵਿੱਚ ਹੀ, ਜਿੱਦਾਂ ਸਾਡੇ ਕੋਲ ਮੋਟਰਸਾਈਕਲ ਕੋਈ ਕਸਟਮਰ ਦਾ ਆਉਂਦਾ ਸੀਗਾ ਨਾ, ਆਪਾਂ ਕਰ ਲੈ ਜਿੱਦਾਂ ਸੀ ਵਿਹੜੇ ਦੇ ਵਿੱਚ ਥੋੜਾ ਆਪਾਂ ਇਹਨੂੰ ਸਿਖਾਉਣਾ ਅੱਗੇ ਪਿੱਛੇ ਕਰਨਾ, ਜਿਹੜਾ ਪਲਟੀਨਾ ਹੈ ਉਹਦੇ ਗੇਅਰ ਅੱਗੇ ਪਿੱਛੇ ਨਿਕਲਦੇ, ਜਿਹੜਾ ਸਪਲੈਂਡਰ ਹੈ ਉਹਦੇ ਅੱਗੇ ਨੂੰ ਹੀ ਨਿਕਲਦੇ। ਇਹਨੂੰ ਸਾਰਾ ਸਮਝਾਇਆ ਬੇਟੀ ਨੂੰ, ਕਿਉਂਕਿ ਜਦੋਂ ਆਪਾਂ ਸਰਵਿਸ ਕਰਦੇ ਆਪਾਂ ਨੂੰ ਸਾਰੀ ਨੌਲੇਜ ਹੋ ਜਾਂਦੀ ਹੈ। ਜਦੋਂ ਆਪਾਂ ਖੋਲਦੇ ਹਾਂ ਵੀ ਉਹਦੇ ਗੇਅਰ ਪਿੱਛੇ ਨਿਕਲਦੇ ਜਾਂ ਅੱਗੇ ਨਿਕਲਦੇ, ਜਦੋਂ ਆਪਾਂ ਚੈਨ ਸੈੱਟ ਪਾਉਂਦੇ ਆਪਾਂ ਨੂੰ ਸਾਰੀ ਨੌਲੇਜ ਵੱਧ ਜਾਂਦੀ ਉਹਦੇ ਨਾਲ। ਆਪਾਂ ਬ੍ਰੇਕ ਸ਼ੂ ਪਾ ਲੈਂਦੇ ਹਾਂ, ਬ੍ਰੇਕ ਤਾਰ ਪਾ ਲੈਂਦੇ ਹਾਂ, ਮੀਟਰ ਤਾਰ ਪਾ ਲੈਂਦੇ ਹਾਂ, ਮੋਰਲੀ ਟੇਲ, ਬੈਕ ਸਾਈਡ ਦੀ ਟੇਲ, ਸਾਰਾ ਇੰਡੀਕੇਟਰ ਵਗੈਰਾ ਸਾਰਾ ਹੀ ਆਪਾਂ ਕਰ ਲੈਂਦੇ ਹਾਂ। ਐਕਟਿਵਾ ਦੀ ਵੀ ਤਾਂ ਟਰਾਈ ਲੈ ਕੇ ਮੇਰੀ ਬੇਟੀ ਹੁਣ ਕੰਮ ਕਰਕੇ ਸਾਰੀ ਬਾਈਕ ਦੀ ਨਾ ਟਰਾਈ ਲੈ ਕੇ ਫਿਰ ਆਪਾਂ ਕਸਟਮਰ ਨੂੰ ਅੱਗੇ ਦੇਈਦੀ ਆ ਕਿ ਕੱਲ ਨੂੰ ਕੋਈ ਕਸਟਮਰ ਸਾਨੂੰ ਇਹ ਨਾ ਕਵੇ। ਉਸ ਤੋਂ ਜ਼ਿਆਦਾ ਵਧੀਆ ਗੱਲ ਇਹ ਆ ਸਰ, ਆਪਾਂ ਬਕਾਇਦਾ ਬਿੱਲ ਬਣਾ ਕੇ ਦੇਈਦਾ, ਜਿਹੜਾ ਆਪਾਂ ਕੰਮ ਕੀਤਾ ਆ ਉਹਦਾ ਬਿੱਲ ਦੇਈਦਾ, ਕਿਉਂਕਿ ਕੱਲ ਨੂੰ ਕਈ ਵਾਰੀ ਕਸਟਮਰ ਆ ਕੇ ਕਹਿੰਦੇ ਸਰਵਿਸ ਕਰਵਾਈ ਸੀ ਇੱਥੋਂ ਆਹ ਹੋ ਗਿਆ ਉਹ ਹੋ ਗਿਆ, ਕਿਉਂਕਿ ਸਰਵਿਸ ਦੇ ਵਿੱਚ ਸਾਡਾ ਤਾਂ ਲਾਈਟ ਦੇ ਨਾਲ ਤਾਂ ਕੋਈ ਕੰਟੈਕਟ ਹੀ ਨਹੀਂ ਹੈਗਾ ਨਾ। ਲਾਈਟ ਅਗਲੇ ਦਾ ਬੱਲਬ ਖਰਾਬ ਆ ਜਾਂ ਕਿੱਦਾਂ ਆ, ਸਰਵਿਸ ਦੇ ਵਿੱਚ ਆਉਂਦਾ ਆ, ਇੰਜਨ ਆਇਲ ਫਿਲਟਰ ਆਉਣਾ ਆ, ਚੈਨਾਂ ਬ੍ਰੇਕਾਂ ਆਉਣੀਆਂ, ਬਸ ਪਲੱਗ ਵਗੈਰਾ ਆਉਣਾ ਆ, ਲਾਈਟ ਦਾ ਤਾਂ ਕੋਈ ਕੰਟੈਕਟ ਨਹੀਂ। ਕਈ ਕਸਟਮਰ ਸਾਡੇ ਕੋਲ ਆ ਕੇ ਸਾਨੂੰ ਕਹਿੰਦੇ ਇਹਨਾਂ ਨੂੰ ਔਰਤਾਂ ਨੂੰ ਕੀ ਪਤਾ ਆ, ਕਹਿੰਦੇ ਸੀ ਆਪਾਂ ਅੱਧਾ ਹੀ ਕੰਮ ਕਰਾ ਲਵਾਂ, ਪਰ ਸਰ ਨਹੀਂ, ਆਪਾਂ ਉਹਨਾਂ ਨੂੰ ਬਕਾਇਦਾ ਬਿੱਲ ਦੇਈਦਾ, ਕਿੰਨੀ ਤਰੀਕ ਨੂੰ ਕੰਮ ਕੀਤਾ, ਕਿੰਨਾ ਨੰਬਰ ਗੱਡੀ ਦਾ, ਬਕਾਇਦਾ ਆਪਾਂ ਲਿਖ ਕੇ ਦੇਈਦਾ ਉਹਨਾਂ ਨੂੰ। ਤੁਹਾਨੂੰ ਆ ਕੇ ਇਦਾਂ ਕਹਿੰਦੇ ਨੇ ਲੋਕ, ਤੁਸੀਂ ਕਿਵੇਂ ਕਰ ਲਓਗੇ, ਔਰਤਾਂ ਕਿਵੇਂ ਮਕੈਨਿਕੀ ਕਰ? ਹਾਂਜੀ ਹਾਂਜੀ ਸਰ, ਸਾਡਾ ਬਹੁਤ ਦੁਨੀਆ ਨੇ ਮਜ਼ਾਕ ਬਣਾਇਆ। ਕਈ ਕਸਟਮਰ ਸਾਡੇ ਕੋਲ ਆਉਂਦੇ ਸੀ, ਇੱਕ ਲੇਡੀਜ਼ ਨੂੰ ਮਸ਼ੀਨਰੀ ਬਾਰੇ ਕੀ ਨੌਲੇਜ ਆ, ਕਿੱਦਾਂ ਕਰੂੰਗੇ ਕੀ ਨਹੀਂ, ਕਿਉਂਕਿ ਪਹਿਲਾਂ ਮੈਂ 6 ਮਹੀਨੇ ਸਰ ਪੜ੍ਹਦੇ 'ਚ ਹੀ ਕੰਮ ਕੀਤਾ, ਮੈਂ ਬਾਹਰ ਨਹੀਂ ਸੀ ਕਰਦੀ। ਉਸ ਤੋਂ ਬਾਅਦ ਜਦੋਂ ਮੈਂ 6 ਮਹੀਨੇ ਦੇਖਿਆ ਮੈਨੂੰ ਕਿਸੇ ਵੀ ਕਸਟਮਰ ਦੀ ਕੋਈ ਕੰਪਲੇਂਟ ਨਹੀਂ ਆਈ, ਫਿਰ ਮੈਂ ਆਪਾਂ ਦੁਨੀਆ ਦੇ ਸਾਹਮਣੇ ਵੀਡੀਓ ਦੇ ਕਰਨ ਲੱਗੇ, ਆਪਾਂ ਨੂੰ ਕੋਈ ਦਿੱਕਤ ਨਹੀਂ ਆਈ। ਫਿਰ ਮੈਂ ਆਪਣੀ ਬੇਟੀ ਨੂੰ ਟ੍ਰੇਨਡ ਕੀਤਾ, ਹੁਣ ਅਸੀਂ ਮਾਂ ਬੇਟੀ ਆਪਣਾ ਕੰਮ ਕਰਦੀਆਂ ਸੀ ਤਾਂ ਗੁਜ਼ਾਰਾ ਕਰਦੀਆਂ ਸੀ। ਹੁਣ ਸਾਰਾ ਸਿਰ ਆਪਣੇ ਰਾਕੇਸ਼ ਗਾਂਧੀ ਜੀ ਨੂੰ ਜਾਂਦਾ ਆ, ਉਹਨਾਂ ਨੇ ਹੁਣ ਦੁਬਾਰਾ ਸਟੱਡੀ ਮੇਰੀ ਬੇਟੀ ਦੀ ਕਰਵਾ ਦਿੱਤੀ ਹੈ। ਜੇ ਧੀਆਂ ਫੁੱਲਾਂ ਵਾਂਗ ਨਾਜ਼ੁਕ ਹੁੰਦੀਆਂ ਨੇ ਤਾਂ ਪੱਥਰ ਵਾਂਗ ਕਠੋਰ ਹੋਣਾ ਵੀ ਉਹਨਾਂ ਨੂੰ ਆਉਂਦਾ ਹੈ। ਨਵਜੋਤ ਕੌਰ ਦੀ ਉਮਰ 12 ਸਾਲ ਹੈ, ਪਰ ਨਵਜੋਤ ਕੌਰ ਅਤੇ ਉਸ ਦੀ ਮਾਂ ਦੀ ਕਹਾਣੀ ਨੇ ਤੁਹਾਨੂੰ ਬਹੁਤ ਕੁਝ ਸਿਖਾ ਦੇਣਾ।
ਕੈਮਰਾਮੈਨ ਰਾਜਵਿੰਦਰ ਸਿੰਘ ਟੋਨੀ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਬੰਗਾ।